ਆਪਾਂ ਜਦੋਂ ਕੋਈ ਘਰ ਬਣਾਉਂਦੇ ਹਾਂ, ਸਾਡੇ ਘਰਾਂ ਦੇ ਵਿੱਚ ਆਪਾਂ ਸਾਰੇ ਕਮਰੇ ਲੋਟ ਕਰ ਲੈਂਦੇ ਹਾਂ, ਪਰ ਸ਼ਾਇਦ ਹੀ ਕੋਈ ਘਰ ਹੋਏ ਜਿਹੜੇ ਲਾਇਬ੍ਰੇਰੀ ਵਾਸਤੇ ਵੱਖਰੀ ਜਗ੍ਹਾ ਰੱਖਦੇ ਹੋਣ। ਸਾਡੇ 'ਚੋਂ ਰੀਡਿੰਗ ਦਾ ਜਿਹੜਾ ਕਲਚਰ ਹੈ ਉਹ ਤਕਰੀਬਨ ਗੁੰਮ ਹੀ ਹੋ ਗਿਆ। ਚੰਗੇ ਲੀਡਰ ਉਹੀ ਬਣਦੇ ਨੇ ਜਿਹੜੇ ਚੰਗੇ ਰੀਡਰ ਹੁੰਦੇ ਨੇ। ਤੇ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਬੱਚਿਆਂ ਦੇ ਲੀਡਰਸ਼ਿਪ ਕੁਆਲਿਟੀਜ਼ ਨਹੀਂ ਡਿਵੈਲਪ ਹੋ ਰਹੀਆਂ, ਉਹਦਾ ਕਾਰਨ ਇਹ ਹੈ ਕਿ ਉਹ ਪੜ੍ਹ ਨਹੀਂ ਰਹੇ? ਲੀਡਰਸ਼ਿਪ ਕੁਆਲਿਟੀਜ਼ ਉਦੋਂ ਹੀ ਹੋਣਗੀਆਂ ਜਦੋਂ ਨੌਲੇਜ ਹੋਏਗੀ। ਤੇ ਬੱਚਿਆਂ ਅੰਦਰ ਇਹ ਜਿਹੜੀ ਸਾਹਿਤ ਪੜ੍ਹਨ ਦੀ ਜਿਹੜੀ ਲਾਗ ਹੈ ਉਹ ਕਿਵੇਂ ਲਗਾਈ ਜਾ ਸਕਦੀ? ਮੈਂ ਜੇ ਅੱਧਾ ਘੰਟਾ ਸਬਜੈਕਟ ਪੜ੍ਹਾ ਰਿਹਾ ਤਾਂ ਦੁਨੀਆ ਦੇ ਵੱਖ-ਵੱਖ ਐਸਪੈਕਟਸ ਦੀ 10-15 ਮਿੰਟ ਦੇ ਵਿੱਚ ਨੌਲੇਜ ਦੇਵਾਂਗਾ। ਕਲਾਸ ਤੋਂ ਲਾਇਬ੍ਰੇਰੀ ਤੱਕ ਪਹੁੰਚਾਉਣ ਦਾ ਕੰਮ, ਉਹ ਇਮੈਜੀਨੇਸ਼ਨ ਕ੍ਰੀਏਟ ਕਰਨੀ, ਇਹ ਟੀਚਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਸਤਿ ਸ਼੍ਰੀ ਅਕਾਲ ਜੀ। ਮਾਤਾ ਗੁਜਰੀ ਕਾਲਜ ਦਾ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਿਲਰਾਜ ਸਿੰਘ ਸਵਾਗਤ ਕਰਦਾ ਹਾਂ। ਦਰਸ਼ਕੋ, ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਰੋਜ਼ਾਨਾ ਕਰੀਬ 4 ਲੱਖ ਕਿਤਾਬਾਂ ਜਿਹੜੀਆਂ ਨੇ ਪਬਲਿਸ਼ ਹੁੰਦੀਆਂ ਨੇ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੜ੍ਹੀਆਂ ਕਿੰਨੀਆਂ ਜਾਂਦੀਆਂ ਨੇ। ਆਪਾਂ ਜੇ ਆਪਣੇ ਧਰਮ ਦੀ ਗੱਲ ਕਰੀਏ ਤਾਂ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਗਿਆ। ਸ਼ਬਦ ਗੁਰੂ ਦਾ ਮਤਲਬ ਕਿ ਸਾਨੂੰ ਪੜ੍ਹਨ ਦੇ ਨਾਲ ਜੋੜਿਆ ਗਿਆ। ਪਰ ਜਦੋਂ ਆਪਾਂ ਆਪਣੇ ਆਸ-ਪਾਸ ਦੇਖਦੇ ਹਾਂ ਜਾਂ ਆਪਣੇ ਘਰਾਂ 'ਚ ਦੇਖਦੇ ਹਾਂ ਤਾਂ ਲਾਇਬ੍ਰੇਰੀ ਜਿਹੜੀ ਆ ਉਹ ਕਿਤੇ ਨਾ ਕਿਤੇ ਗੁੰਮ ਆ। ਪੜ੍ਹਾਈ ਸਾਡੀ ਜ਼ਿੰਦਗੀ ਨੂੰ ਜਿਹੜੀ ਆ ਕਿਤੇ ਨਾ ਕਿਤੇ ਮੰਨਫੀ ਹੈ। ਅਤੇ ਰੀਡਿੰਗ ਨੂੰ ਕਿਵੇਂ ਪ੍ਰਮੋਟ ਕੀਤਾ ਜਾਏ, ਰੀਡਿੰਗ ਦੇ ਲੜ ਕਿਵੇਂ ਲੱਗਿਆ ਜਾਏ, ਇਸ ਦੇ ਬਾਬਤ ਗੱਲ ਕਰਨ ਵਾਸਤੇ ਸਾਡੇ ਸਟੂਡੀਓ ਜੁੜੇ ਨੇ ਮਾਤਾ ਗੁਜਰੀ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਤੋਂ ਪ੍ਰੋਫੈਸਰ ਜੁਪਿੰਦਰ ਸਰ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਟੂਡੀਓ ਦੇ ਵਿੱਚ। ਥੈਂਕ ਯੂ ਦਿਲਰਾਜ। ਅਤੇ ਸਰ, ਪਹਿਲਾ ਮੇਰਾ ਸਵਾਲ ਇਹ ਹੈ ਕਿ ਆਪਾਂ ਜਦੋਂ ਕੋਈ ਘਰ ਬਣਾਉਂਦੇ ਹਾਂ, ਸਾਡੇ ਘਰਾਂ ਦੇ ਵਿੱਚ ਆਪਾਂ ਸਾਰੇ ਕਮਰੇ ਲੋਟ ਕਰ ਲੈਂਦੇ ਹਾਂ, ਪਰ ਸ਼ਾਇਦ ਹੀ ਕੋਈ ਘਰ ਹੋਏ ਜਿਹੜੇ ਲਾਇਬ੍ਰੇਰੀ ਵਾਸਤੇ ਵੱਖਰੀ ਜਗ੍ਹਾ ਰੱਖਦੇ ਹੋਣ ਕਿ ਇਹ ਕਮਰੇ 'ਚ ਕਿਤਾਬਾਂ ਹੋਣਗੀਆਂ, ਆਪਾਂ ਇਹ ਲੇਖਕਾਂ ਦੀਆਂ ਜਿਹੜੀਆਂ ਨੇ ਕਿਤਾਬਾਂ ਰੱਖਾਂਗੇ, ਸਾਡੇ ਬੱਚੇ ਪੜ੍ਹਨ, ਆਪਾਂ ਖੁਦ ਪੜ੍ਹੀਏ। ਅਤੇ ਇਹ ਜਿਹੜਾ ਥੋਟ ਪ੍ਰੋਸੈਸ ਹੈ ਇਹ ਕਿਉਂ ਨਹੀਂ ਆਉਂਦਾ ਸਰ ਸਾਡੇ ਜ਼ਿਹਨ ਵਿੱਚ? ਮੇਰੇ ਖਿਆਲ ਨਾਲ ਇਹ ਸਾਡੀ ਟ੍ਰੈਜਡੀ ਹੈ ਜੀ। ਹਾਂਜੀ। ਜੋ ਸਾਡੇ 'ਚੋਂ ਰੀਡਿੰਗ ਦਾ ਜਿਹੜਾ ਕਲਚਰ ਹੈ ਉਹ ਤਕਰੀਬਨ ਗੁੰਮ ਹੀ ਹੋ ਗਿਆ। ਬਹੁਤ ਘੱਟ ਹੀ ਲੋਕਾਂ ਨੂੰ ਆਪਾਂ ਰੋਜ਼ਾਨਾ ਜ਼ਿੰਦਗੀ 'ਚ ਦੇਖਦੇ ਹਾਂ ਵੀ ਕੋਈ ਨਾ ਕੋਈ ਕਿਸੇ ਦੇ ਹੱਥ 'ਚ ਕਿਤਾਬ ਹੋਵੇ। ਅਖਬਾਰ ਸ਼ਾਇਦ ਜ਼ਰੂਰ ਪੜ੍ਹਨ ਦਾ ਹਾਲੇ ਵੀ ਬਜ਼ੁਰਗਾਂ 'ਚ ਸ਼ੌਂਕ ਤਾਂ ਮੈਂ ਦੇਖਦਾ ਹੈਗਾ ਵੀ ਘਰਾਂ 'ਚ ਸਾਡੇ ਵੀ ਅਖਬਾਰ ਆਉਂਦਾ। ਲੇਕਿਨ ਜੇ ਯੂਥ ਦੀ ਗੱਲ ਕਰੀਏ ਤਾਂ ਉਹ ਸ਼ਾਇਦ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਜਾਂ ਮੋਬਾਈਲ ਦੀ ਦੁਨੀਆ 'ਚ ਗੁੰਮ ਕੇ ਉਹਨਾਂ ਨੇ ਰੀਡਿੰਗ ਨੂੰ ਸ਼ਾਇਦ ਵਿਸਾਰ ਹੀ ਦਿੱਤਾ। ਉਹਨਾਂ ਨੂੰ ਹੁਣ ਇਹ ਹੈ ਹੀ ਨਹੀਂ ਵੀ ਕਿਤੇ ਨਾ ਕਿਤੇ ਰੀਡਿੰਗ ਦੀ ਵੀ ਕੋਈ ਇੰਪੋਰਟੈਂਸ ਲਾਈਫ ਦੇ ਵਿੱਚ ਹੁੰਦੀ ਹੈ। ਅਦਰਵਾਈਜ਼ ਜਦੋਂ ਆਪਾਂ ਬਹੁਤ ਆਮ ਅਸੀਂ ਗੱਲ ਵੀ ਕਰਦੇ ਹਾਂ ਕਿ ਜਿਹੜੇ ਲੋਕ, ਚਲੋ ਆਪਾਂ ਪਾਠ ਦੀ ਵੀ ਗੱਲ ਕਰੀਏ ਵੀ 2 ਟਾਈਮ 'ਤੇ 5 ਬਾਣੀਆਂ ਦਾ ਜਿੰਨੇ ਕੁ ਵੀ ਲੋਕ ਪਾਠ ਕਰਦੇ ਆ ਉਹ ਵੀ ਰੀਡਿੰਗ ਨਾਲ ਜੁੜੇ ਆ, ਕਿਉਂਕਿ ਉਹ ਵੀ ਅਥਾਹ ਸਮੁੰਦਰ ਹੈ ਜਿੱਥੋਂ ਉਹ ਜੀਵਨ ਜਾਚ, ਚੰਗਾ ਜੀਵਨ ਜੀਣ ਦੀ ਜਿਹੜੀ ਸਿੱਖਿਆ ਰੋਜ਼ਾਨਾ ਲੈਂਦੇ ਆ। ਲੇਕਿਨ ਇਹ ਕਲਚਰ ਕਿਉਂ ਖਤਮ ਹੋ ਰਿਹਾ, ਇਹਦੇ ਪਿੱਛੇ ਕਈ ਕਾਰਨ ਲੱਭੇ ਜਾ ਸਕਦੇ ਆ, ਪਰ ਬਹੁਤ ਇੰਪੋਰਟੈਂਟ ਫਰਜ਼ ਹੈ ਪੇਰੈਂਟਸ ਦਾ, ਗ੍ਰੈਂਡ ਪੇਰੈਂਟਸ ਦਾ ਅਤੇ ਟੀਚਰਸ ਦਾ ਵੀ ਉਹ ਬੱਚਿਆਂ ਨੂੰ ਰੀਡਿੰਗ ਦੇ ਨਾਲ ਵਾਪਸ ਲੈ ਕੇ ਆਉਣ ਤਾਂ ਜੋ ਬੱਚੇ ਕੁਛ ਜ਼ਿੰਦਗੀ ਦੀਆਂ ਸੱਚਾਈਆਂ ਨਾਲ ਰੂਬਰੂ ਹੋਣ। ਉਹਨਾਂ ਨੂੰ ਇਹ ਪਤਾ ਲੱਗੇ ਕਿ ਲਾਈਫ ਦੀ ਬੇਸਿਕ ਇੰਪੋਰਟੈਂਸ ਹੈ ਕੀ, ਅਤੇ ਲਾਈਫ ਨੂੰ ਇੱਕ ਅੱਛੇ ਤਰੀਕੇ ਨਾਲ, ਬਿਕੋਜ਼ ਇੱਕ ਮੇਰੇ ਖਿਆਲ ਨਾਲ ਇਹ ਜਿਹੜੀ ਜ਼ਿੰਦਗੀ ਹੈ ਸਾਡੀ, ਇਟ ਇਜ਼ ਅ ਬਿਊਟੀਫੁਲ ਆਈ ਵਿਲ ਸੇ ਜਰਨੀ। ਪਰ ਸਾਡੇ ਬੱਚਿਆਂ ਦੇ ਵਿੱਚ ਸ਼ਾਇਦ ਹੁਣ ਭਟਕਣਾ ਬਣ ਕੇ ਰਹਿ ਗਈ। ਉਹਨਾਂ ਨੂੰ ਇਹੀ ਨਹੀਂ ਪਤਾ ਕਿ ਕੀ ਗਲਤ ਹੋ ਰਿਹਾ, ਕੀ ਠੀਕ ਹੋ ਰਿਹਾ। ਇਹ ਰੀਡਿੰਗ ਨਾ ਹੋਣ ਦਾ ਵੀ ਇੱਕ ਬਹੁਤ ਵੱਡਾ ਰੀਜ਼ਨ ਹੋ ਸਕਦੀ ਹੈ ਕਿ ਰੀਡਿੰਗ ਨਹੀਂ ਹੈ ਬੱਚਿਆਂ ਦੇ ਵਿੱਚ। ਸਰ, ਜਿਵੇਂ ਤੁਸੀਂ ਪੜ੍ਹਾਉਣ ਦੇ ਨਾਲ ਨਾਲ ਖੁਦ ਵੀ ਪੜ੍ਹਦੇ ਹੋ, ਅਧਿਐਨ ਕਰਦੇ ਹੋ, ਅਤੇ ਮਤਲਬ ਤੁਸੀਂ ਕੀ ਦੇਖਦੇ ਹੋ ਕਿ ਜਿਹੜਾ ਪੜ੍ਹਾਈ ਆ ਉਹ ਬੰਦੇ ਦੀ ਸ਼ਖਸੀਅਤ ਜਾਂ ਇੱਕ ਇਨਸਾਨ ਦੀ ਸ਼ਖਸੀਅਤ 'ਤੇ ਕਿਸ ਤਰ੍ਹਾਂ ਅਸਰ ਕਰਦੀ ਹੈ? ਦੇਖੋ, ਮੈਂ ਨੌਲੇਜ ਲੈ ਰਿਹਾ ਜਾਂ ਤੁਸੀਂ ਨੌਲੇਜ ਲੈ ਰਹੇ ਹੋ ਜਾਂ ਕੋਈ ਵੀ ਹਿਊਮਨ ਬੀਇੰਗ ਹੈ ਜਿਹੜੀ ਉਹ ਨੌਲੇਜ ਲੈ ਰਹੇ ਹੈ। ਜਿਹੜਾ ਮੱਤ ਹੈ ਜਾਂ ਜਿਹਨੂੰ ਜੇ ਮੈਂ ਕਹਾਂ ਹੈੱਡ ਹੈ, ਪਰਮਾਤਮਾ ਨੇ ਉਹਨੂੰ ਟੌਪ 'ਤੇ ਹੀ ਰੱਖਿਆ। ਅਤੇ ਇਹ ਜਿਹੜੀ ਸਾਡੀ ਸਟਰਕਚਰ ਹੈ, ਫਿਜ਼ੀਕਲ ਬਾਡੀ ਹੈ, ਉਹ ਵਾਹਿਗੁਰੂ ਦੀ ਜਾਂ ਪਰਮਾਤਮਾ ਦੀ ਕੁਦਰਤ ਦੀ ਬਹੁਤ ਸੋਹਣੀ ਇੱਕ ਕਾਰੀਗਰੀ ਹੈ। ਜੇ ਇਹ ਦੇਖਿਆ ਜਾਵੇ ਹਰ ਮਟੀਰੀਅਲ 'ਚ ਚੇਂਜ ਅਸੀਂ ਲਿਆਉਣ ਦੀ ਕੋਸ਼ਿਸ਼ ਕਰਦੇ ਵੀ ਇਹ ਬਣ ਗਿਆ, ਹੁਣ ਇਹਨੂੰ ਬੈਟਰ ਕਿੱਦਾਂ ਬਣਾਇਆ ਜਾ ਸਕਦਾ। ਪਰ ਜੇ ਅਸੀਂ ਹਿਊਮਨ ਬਾਡੀ ਦਾ ਸਟਰਕਚਰ ਦੇਖੀਏ, ਇਹ ਲੱਖਾਂ ਕਰੋੜਾਂ ਸਾਲਾਂ ਤੋਂ ਇਹ ਉਸੇ ਤਰ੍ਹਾਂ ਹੀ ਹੈ। ਇਹਦਾ ਮਤਲਬ ਕੋਈ ਵੀ ਫਲੋ ਇਹਦੇ 'ਚ ਨਹੀਂ ਹੈ, ਫਲੋਲੈਸ ਹੈ। ਅਤੇ ਜਦੋਂ ਮੱਤ ਦੀ ਗੱਲ ਆ ਜਾਂਦੀ ਹੈ ਤਾਂ ਕਿਸ ਤਰੀਕੇ ਨਾਲ ਅਸੀਂ ਵੇ ਆਫ ਲਾਈਫ, ਜੀਵਨ ਜਾਚ ਜਾਂ ਜੀਵਨ ਸਿੱਖਿਆ ਲੈਣੀ ਹੈ, ਉਹ ਸ਼ੁਰੂ ਹੀ
ਗਿਆਨ ਇੰਦਰੀਆਂ ਤੋਂ ਹੁੰਦੀ ਹੈ। ਕੰਨਾਂ ਰਾਹੀਂ ਪ੍ਰਮਾਤਮਾ ਨੇ ਕੰਨ 2 ਬਣਾਏ, ਕਿੰਨੀ ਨੌਲੇਜ ਅਸੀਂ ਸੁਣਨ ਨਾਲ ਲੈਂਦੇ ਹਾਂ। ਫਿਰ 2 ਪ੍ਰਮਾਤਮਾ ਨੇ ਅੱਖਾਂ ਦਿੱਤੀਆਂ, ਜੋਤ ਦਿੱਤੀ, ਦੇਖ ਕੇ ਅਸੀਂ ਨੌਲੇਜ ਲੈਂਦੇ ਹਾਂ। ਅਤੇ ਉੱਥੇ ਆ ਕੇ ਆਟੋਮੈਟਿਕਲੀ ਦੇਖਣ ਨਾਲ, ਜੇ ਗੁਰਬਾਣੀ ਦੇ ਸੰਦਰਭ ਤੋਂ ਲਈਏ, ਗਾਵਣ ਦੀ ਬਹੁਤ, ਪ੍ਰਮਾਤਮਾ ਦਾ ਨਾਂ ਗਾਵਣ ਦੀ ਬਹੁਤ ਮਹੱਤਤਾ ਹੈ। ਸੁਣਨ ਦੀ ਜਪਜੀ ਸਾਹਿਬ ਤੋਂ ਹੀ ਆਪਾਂ ਸ਼ੁਰੂ ਕਰੀਏ, ਜੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ 7ਵੀਂ ਪੌੜੀ ਤੋਂ, ਸੁਣਨ ਦੀ ਬਹੁਤ ਮਹੱਤਤਾ ਹੋ ਜਾਂਦੀ ਹੈ। ਫਿਰ ਦੇਖਣਾ ਕੀ ਹੈ, ਇਹ ਬਹੁਤ ਮਹੱਤਤਾ ਵੀ ਤੁਹਾਡਾ, ਤੁਸੀਂ ਦੁਨੀਆ ਨੂੰ ਵਾਚ ਕਿੱਦਾਂ ਰਹੇ ਹੋ, ਉਹ ਨਜ਼ਰੀਆ ਬਹੁਤ ਇੰਪੋਰਟੈਂਟ ਹੈ। ਕਿਉਂਕਿ ਇਹ ਸਾਰੀ ਇਨਫੋਰਮੇਸ਼ਨ ਹੈ ਜਿਹੜੀ, ਚਾਹੇ ਮੇਰੇ ਕੰਨਾਂ ਰਾਹੀਂ, ਅੱਖਾਂ ਰਾਹੀਂ, ਇਹ ਹੈੱਡ ਦੀ ਮੈਂ ਗੱਲ ਕਰੀਏ, ਉੱਥੇ ਜਾਂਦੀ ਹੈ ਜਿੱਥੇ ਅਸੀਂ ਐਨਾਲਾਈਜ਼ ਕਰ ਸਕਦੇ ਹਾਂ। ਵੀ ਮੈਨੂੰ ਕੋਈ ਇਨਫੋਰਮੇਸ਼ਨ ਮਿਲੀ, ਮੈਂ ਉਹਨੂੰ ਐਨਾਲਾਈਜ਼ ਕੀਤਾ। ਜਦੋਂ ਮੈਂ ਉਹਨੂੰ ਐਨਾਲਾਈਜ਼ ਕੀਤਾ ਤਾਂ ਮੈਂ ਇੱਕ ਪੁਆਇੰਟ ਆਫ ਵਿਊ ਜਾਂ ਓਪੀਨੀਅਨ ਬਣਾਇਆ। ਇਹ ਨਹੀਂ ਹੈ ਕਿ ਤੁਸੀਂ ਮੈਨੂੰ ਕੁਝ ਕਿਹਾ ਜਾਂ ਕਿਸੇ ਨੇ ਕੁਝ ਕਿਹਾ, ਜੋ ਕਿਹਾ ਉਹ ਸੱਚ ਮੰਨ ਕੇ ਮੈਂ ਉਸ ਤਰ੍ਹਾਂ ਚੱਲਿਆ। ਜਦੋਂ ਅਸੀਂ ਆਪਣੀਆਂ ਬੁੱਕਸ ਪੜ੍ਹਦੇ ਹਾਂ, ਕੋਈ ਅੱਛੇ ਰਾਈਟਰਸ ਦੀਆਂ ਬੁੱਕਸ ਪੜ੍ਹਦੇ ਹਾਂ, ਜਾਂ ਇਤਿਹਾਸਿਕ ਪੜ੍ਹਦੇ ਹਾਂ, ਜਾਂ ਰਿਲੀਜੀਅਸ ਸਕ੍ਰਿਪਚਰਸ ਪੜ੍ਹਦੇ ਹਾਂ, ਚਾਹੇ ਉਹ ਗੀਤਾ ਹੈ, ਚਾਹੇ ਉਹ ਰਾਮਾਇਣ ਹੈ, ਕੁਰਾਨ ਹੈ, ਗੁਰੂ ਗ੍ਰੰਥ ਸਾਹਿਬ ਹੈ, ਉਹਦੇ 'ਚੋਂ ਸਾਨੂੰ ਇੱਕ ਆਈਡੀਆ, ਓਪੀਨੀਅਨ ਕ੍ਰੀਏਟ ਕਰਨ ਦੀ, ਵੈਲਿਊ ਆਫ ਲਾਈਫ ਦਾ ਪਤਾ ਲੱਗਦਾ, ਵੇ ਆਫ ਲਾਈਫ ਦਾ ਪਤਾ ਲੱਗਦਾ। ਸੋ ਇਹ ਗਿਆਨ ਇੰਦਰੀਆਂ ਦੀ ਸਹੀ ਯੂਜ਼ ਹੈ, ਜਿਹੜੀ ਕੀ ਸੁਣਨਾ ਹੈ ਅਤੇ ਕੀ ਦੇਖਣਾ, ਇਹ ਬਹੁਤ ਇੰਪੋਰਟੈਂਟ ਹੈ। ਜਦੋਂ ਦੇਖਣ ਦੀ ਗੱਲ ਆਉਂਦੀ ਹੈ ਤਾਂ ਓਬਵੀਅਸਲੀ ਰੀਡਿੰਗ ਦੀ ਬਹੁਤ ਇੰਪੋਰਟੈਂਸ ਬਣ ਜਾਂਦੀ ਹੈ। ਸਰ, ਜਿਵੇਂ ਆਮ ਕਿਹਾ ਜਾਂਦਾ ਹੈ ਕਿ ਚੰਗੇ ਲੀਡਰ ਉਹੀ ਬਣਦੇ ਨੇ ਜਿਹੜੇ ਚੰਗੇ ਰੀਡਰ ਹੁੰਦੇ ਨੇ, ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਬੱਚਿਆਂ ਦੇ ਲੀਡਰਸ਼ਿਪ ਕੁਆਲਿਟੀਜ਼ ਨਹੀਂ ਡਿਵੈਲਪ ਹੋ ਰਹੀਆਂ, ਉਹਦਾ ਕਾਰਨ ਇਹ ਹੈ ਕਿ ਉਹ ਪੜ੍ਹ ਨਹੀਂ ਰਹੇ? ਬਹੁਤ ਵੱਡਾ, ਦੇਖੋ, ਇੱਕ ਲੀਡਰ ਕੌਣ ਹੁੰਦਾ, ਜਿਹੜਾ ਜੋ ਸਿਚੁਏਸ਼ਨ, ਚਾਹੇ ਉਹ ਪੋਲੀਟੀਕਲ ਲੀਡਰ ਹੈ, ਚਾਹੇ ਉਹ ਰਿਲੀਜੀਅਸ ਲੀਡਰ ਹੈ, ਜਾਂ ਕਿਸੇ ਤਰ੍ਹਾਂ ਦੀ ਵੀ ਲੀਡਰਸ਼ਿਪ ਕੁਆਲਿਟੀ ਹੈ, ਚਾਹੇ ਉਹ ਮੈਨੇਜਮੈਂਟ ਕਰਕੇ ਕਿਸੇ ਕੰਪਨੀ ਦਾ ਕੋਈ ਐਗਜ਼ੈਕਟਿਵ ਪੋਸਟ 'ਤੇ ਚਲਾ ਜਾਂਦਾ, ਜਾਂ ਇੱਕ ਕਿਸੇ ਵੀ ਇੰਸਟੀਟਿਊਸ਼ਨ ਦਾ ਹੈੱਡ ਹੋ ਸਕਦਾ ਲੀਡਰ। ਲੀਡਰਸ਼ਿਪ ਕੁਆਲਿਟੀਜ਼ ਉਦੋਂ ਹੀ ਹੋਣਗੀਆਂ ਜਦੋਂ ਨੌਲੇਜ ਹੋਏਗੀ, ਅਤੇ ਨੌਲੇਜ ਫਿਰ ਉੱਥੇ ਆ ਜਾਂਦੀ ਹੈ ਵੀ ਉਹਨੇ ਕੀ ਸੁਣਿਆ। ਕਹਾਵਤ ਹੈ ਕਿ ਇਫ ਯੂ ਵਾਂਟ ਟੂ ਗੈਟ ਲਿਸਨਡ, ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਸੁਣੇ, ਯੂ ਮਸਟ ਗੈਟ, ਇਫ ਯੂ ਵਾਂਟ ਟੂ ਗੈਟ ਲਿਸਨਡ, ਯੂ ਮਸਟ ਲਿਸਨ ਇਟ। ਪਹਿਲਾਂ ਤੁਹਾਨੂੰ ਸੁਣਨਾ ਪੈਣਾ, ਫਿਰ ਤੁਹਾਨੂੰ ਕੋਈ ਸੁਣੇਗਾ। ਇਹਦਾ ਮਤਲਬ ਜੇ ਮੇਰੇ ਕੋਲ ਨੌਲੇਜ ਹੋਏਗੀ, ਜੇ ਤੁਸੀਂ ਮੈਨੂੰ, ਮੈਂ ਸਟੇਜ 'ਤੇ ਜਾ ਕੇ ਸਟੇਜ 'ਤੇ ਕੁਝ ਬੋਲਣਾ, ਘੱਟੋ ਘੱਟ ਮੇਰੇ ਕੋਲ ਉਹ ਕੰਟੈਂਟ ਜਾਂ ਉਹ ਆਈਡੀਆ ਹੋਵੇ, ਓਪੀਨੀਅਨ ਹੋਵੇ, ਪੁਆਇੰਟ ਆਫ ਵਿਊ ਹੋਵੇ, ਜਿਹਦੇ ਬਾਰੇ ਮੈਂ ਗੱਲ ਕਰਨੀ ਹੈ, ਅਤੇ ਆਟੋਮੈਟਿਕਲੀ ਉੱਥੇ ਰੀਡਿੰਗ ਸਕਿੱਲਸ ਦੀ ਬਹੁਤ ਇੰਪੋਰਟੈਂਟ ਹੈ। ਫਿਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਇੱਕ ਲੀਡਰ, ਕੋਈ ਵੀ ਲੀਡਰ ਹੈ, ਉਹਨੂੰ ਪੋਲੀਟੀਕਲ ਵੀ, ਆਪਣੇ ਦੇਸ਼ ਦੇ ਵਿੱਚ, ਆਪਣੇ ਜ਼ਿਲ੍ਹੇ ਦੇ ਵਿੱਚ, ਆਪਣੇ ਏਰੀਏ ਦੇ ਵਿੱਚ, ਇੰਟਰਨੈਸ਼ਨਲ ਕੀ ਹੋ ਰਿਹਾ ਇਹ ਪਤਾ ਹੋਣਾ ਚਾਹੀਦਾ ਹੈ। ਧਰਮ ਦੀ ਦੁਨੀਆ 'ਚ ਕੀ ਹੋ ਰਿਹਾ ਇਹ ਪਤਾ ਹੋਣਾ ਚਾਹੀਦਾ ਹੈ। ਸਮਾਜ 'ਚ, ਸੋਸ਼ੀਓਲੋਜੀ 'ਚ ਕੀ ਹੋ ਰਿਹਾ ਇਹ ਪਤਾ ਹੋਣਾ ਚਾਹੀਦਾ ਹੈ। ਉਹਨੂੰ ਹਰੇਕ ਫੀਲਡ ਦੀ ਕੁਛ ਨਾ ਕੁਛ ਨੌਲੇਜ ਚਾਹੀਦੀ ਹੈ, ਅਤੇ ਬੈਸਟ ਵੇ ਹੁੰਦਾ ਕਿ ਉਹਦੀਆਂ ਰੀਡਿੰਗ ਸਕਿੱਲਸ ਜਦੋਂ ਡਿਵੈਲਪ ਹੋ ਗਈਆਂ, ਆਈਡੀਆ, ਉਹ ਓਪੀਨੀਅਨ ਆਈਡੀਆ ਕ੍ਰੀਏਟ ਕਰੇਗਾ, ਅਤੇ ਜਦੋਂ ਆਈਡੀਆ ਦੇਗਾ ਉਹਦੇ ਪ੍ਰੈਜੈਂਟੇਸ਼ਨ ਸਕਿੱਲਸ ਅਤੇ ਕੌਨਫੀਡੈਂਸ ਲੈਵਲ ਆਪਣੇ ਆਪ ਵਧੇਗਾ, ਅਤੇ ਇਹ ਸਾਰੀਆਂ ਇੱਕ ਲੀਡਰਸ਼ਿਪ ਦੀਆਂ ਕੁਆਲਿਟੀਜ਼ ਹੁੰਦੀਆਂ। ਸੋ ਇੰਪੋਰਟੈਂਸ ਆਪਣੇ ਆਪ ਹੀ ਰੀਡਿੰਗ ਦੀ ਉੱਥੇ ਬਣ ਜਾਂਦੀ ਹੈ। ਅਤੇ ਜਿਵੇਂ ਆਪਾਂ ਆਮ ਦੇਖਦੇ ਹਾਂ ਕਿ ਬੱਚੇ ਜਿਹੜੇ ਨੇ ਉਹ ਸਿਲੇਬਸ ਦੀਆਂ ਕਿਤਾਬਾਂ ਤੱਕ ਸੀਮਿਤ ਰਹਿੰਦੇ ਨੇ, ਅਤੇ ਸਾਹਿਤ ਵੱਲ ਘੱਟ ਜਾਂਦੇ ਨੇ। ਲਾਇਬ੍ਰੇਰੀਆਂ ਭਰੀਆਂ ਪਈਆਂ ਨੇ ਸਾਹਿਤ ਦੀਆਂ ਕਿਤਾਬਾਂ ਨਾਲ, ਪਰ ਉਹ ਆਪਣੇ ਲਾਇਬ੍ਰੇਰੀ ਜਾਂਦੇ ਨੇ ਅਤੇ ਸਿਰਫ ਆਪਣੇ ਸਿਲੇਬਸ ਦੀਆਂ ਕਿਤਾਬਾਂ ਤੱਕ ਜਿਹੜੇ ਨੇ ਉਹ ਸੀਮਿਤ ਰਹਿੰਦੇ ਨੇ। ਅਤੇ ਬੱਚਿਆਂ ਅੰਦਰ ਇਹ ਜਿਹੜੀ ਸਾਹਿਤ ਪੜ੍ਹਨ ਦੀ ਜਿਹੜੀ ਲਾਗ ਆ, ਉਹ ਕਿਵੇਂ ਲਗਾਈ ਜਾ ਸਕਦੀ ਹੈ? ਦੇਖੋ, ਇਹਦੇ 'ਚ ਬਹੁਤ ਵੱਡਾ ਰੋਲ ਆ ਜਾਂਦਾ ਪੇਰੈਂਟਸ ਅਤੇ ਟੀਚਰਸ ਦਾ। ਚਲੋ ਮੰਨ ਲਈ ਆਪਾਂ ਕਿਤੇ ਲੈਵਲ ਤੱਕ ਪੇਰੈਂਟਸ ਨਾਲ ਬੱਚੇ ਥੋੜ੍ਹਾ ਜਿਹਾ ਗੈਪ ਬਣਾ ਕੇ ਰੱਖਦੇ ਆ, ਪਰ ਜਦੋਂ ਮੇਰੇ ਕੋਲ 40 ਜਾਂ 50 ਮਿੰਟ ਦੀ ਕਲਾਸ ਲਗਾਉਣ ਲਈ ਤੁਹਾਡੇ ਕੋਲ, ਮੇਰੇ ਕੋਲ, ਆਪਣੇ ਟੀਚਰ ਕੋਲ, ਚਾਹੇ ਉਹ ਸਕੂਲ ਟੀਚਰ ਹੈ, ਚਾਹੇ ਉਹ ਕਾਲਜ ਟੀਚਰ ਹੈ, ਜਦੋਂ ਬੱਚਾ ਕਲਾਸ 'ਚ ਐਂਟਰ ਕਰ ਗਿਆ, ਉਹ 40-50 ਮਿੰਟ ਮੈਂ ਬੱਚੇ ਦੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਲਈ ਕਿਸ ਤਰ੍ਹਾਂ ਇੱਕ ਮੂਰਤੀਕਾਰ ਵਾਂਗ ਇੱਕ ਪੱਥਰ ਦੇ ਵਿੱਚੋਂ ਮੂਰਤ ਕੱਢਣੀ ਹੈ, ਇਹ ਟੀਚਰ ਦਾ ਰੋਲ ਬਣ ਜਾਂਦਾ। ਸਿਲੇਬਸ ਪੜ੍ਹਾਉਣਾ ਬਹੁਤ ਜ਼ਰੂਰੀ ਹੈ, ਤਾਂ ਹੀ ਸਾਡਾ ਗ੍ਰੇਡਿੰਗ ਸਿਸਟਮ ਹੈ। ਹਰ ਕਲਾਸ ਦੇ ਬੱਚੇ ਨੇ ਅੱਗੇ ਜਾਣਾ ਹੈ, ਫਿਰ ਇੱਕ ਲੈਵਲ 'ਤੇ ਪਹੁੰਚ ਕੇ ਉਹਨੂੰ ਉਸ ਦੇ ਬੇਸ 'ਤੇ, ਐਲੀਜੀਬਿਲਿਟੀ ਦੇ ਬੇਸ 'ਤੇ ਨੌਕਰੀ ਮਿਲਣੀ ਹੈ। ਪਰ ਜ਼ਰੂਰੀ ਨਹੀਂ ਹੈ ਕਿ ਅਕੈਡਮਿਕਸ ਦੀਆਂ ਕਿਤਾਬਾਂ ਪੜ੍ਹ ਕੇ ਬੱਚਾ ਇੱਕ ਚੰਗੀ ਜੀਵਨ ਜਾਂਚ ਜਾਂ ਚੰਗਾ ਹਿਊਮਨ ਬੀਇੰਗ ਜਾਂ ਚੰਗਾ ਪ੍ਰੋਫੈਸ਼ਨਲ ਬਣ ਜਾਵੇ। ਇਸ ਲਈ ਜਦੋਂ ਟੀਚਰ ਦੇ ਕੋਲ ਬੱਚਾ ਆ ਗਿਆ, ਉਹ ਇੱਕ ਮੂਰਤੀਕਾਰ ਦੀ ਤਰ੍ਹਾਂ ਉਹ ਉਂਗਲੀ ਫੜ ਕੇ ਬੱਚੇ ਨੂੰ ਉਹ 40 ਮਿੰਟ ਕਿਸ ਤਰ੍ਹਾਂ ਮੈਨੇਜ ਕਰਦਾ, ਉਹਦੇ ਦਿਮਾਗ ਨੂੰ ਕਿੰਨੀ ਉਹ ਆਪਣੀ ਉਹਦੀ ਉਡਾਨ ਉਹਦੇ ਕਰੈਕਟਰ ਦੀ ਲਿਜਾ ਸਕਦਾ, ਉਹਦੀ ਇਮੈਜੀਨੇਸ਼ਨ ਕਿਸ ਤਰ੍ਹਾਂ ਡਿਵੈਲਪ ਕਰ ਸਕਦਾ, ਤਾਂ ਉਹਨੂੰ ਮੈਨੇਜ ਕਰਨ ਦੇ ਟਾਈਮ ਇਹ ਖਿਆਲ ਰੱਖਣਾ ਚਾਹੀਦਾ ਕਿ ਮੈਂ ਜੇ ਅੱਧਾ ਘੰਟਾ ਸਬਜੈਕਟ ਪੜ੍ਹਾ ਰਿਹਾ ਤਾਂ ਦੁਨੀਆ ਦੇ ਵੱਖ-ਵੱਖ ਆਸਪੈਕਟਸ ਦੀ 10-15 ਮਿੰਟ ਦੇ ਵਿੱਚ ਨੌਲੇਜ ਦੇਵਾਂ, ਵੀ ਪੋਲੀਟੀਕਲ ਲਾਈਫ ਦੇ ਵਿੱਚ ਕੀ ਹੋ ਰਿਹਾ ਹਿੰਦੁਸਤਾਨ 'ਚ, ਦੁਨੀਆ 'ਚ ਕੀ ਹੋ ਰਿਹਾ। ਜੀਓਗ੍ਰਾਫੀ ਦੇ ਫੀਲਡ 'ਚ ਦੇਖਿਆ ਆਪਾਂ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਟਰਕੀ ਅਤੇ ਸੀਰੀਆ ਦੇ ਵਿੱਚ ਜਿਹੜਾ ਅਰਥਕੁਐਕ ਆਇਆ, ਉਹਦੀ ਨੌਲੇਜ, ਅਰਥਕੁਐਕ ਕਿਉਂ ਆਉਂਦਾ, ਇਸ ਤਰ੍ਹਾਂ
ਸਾਨੂੰ ਆਪਣੇ ਬੱਚਿਆਂ ਦੇ ਦਿਮਾਗ ਨੂੰ ਕਿਤੇ ਨਾ ਕਿਤੇ ਕੁਰਿੱਦਣਾ ਪੈਣਾ ਕਿ ਹਾਂ ਬੱਚੇ, ਤੇਰੀਆਂ ਇਹਨਾਂ ਕਿਤਾਬਾਂ ਤੋਂ ਬਾਅਦ ਤੇਰੀ ਇੱਕ ਦੁਨੀਆ ਤੋਂ ਬਾਹਰ ਵੀ ਬਹੁਤ ਵੱਡੀ ਦੁਨੀਆ ਹੈ, ਜੋ ਜਦੋਂ ਤੂੰ ਪ੍ਰੋਫੈਸ਼ਨਲ ਬਣੇਗਾ ਉੱਥੇ ਜਾਣਾ ਤਾਂ ਉਹਦੇ ਬਾਰੇ ਤੇਰੀ ਜਾਣਕਾਰੀ ਅੱਜ ਤੈਨੂੰ ਲੈਣੀ ਹੀ ਪੈਣੀ ਹੈ। ਸੋ ਇਹ ਲਰਨਿੰਗ ਹੈ ਜਿਹੜੀ ਕਿ ਬਹੁਤ ਲੰਬਾ ਪ੍ਰੋਸੈਸ ਬਣ ਜਾਂਦੀ ਹੈ, 3 ਸਾਲ 5 ਸਾਲ, ਪਰ ਇੱਕ ਵਾਰ ਜਦੋਂ ਹੈਬਿਟ ਬਣ ਗਈ, ਬੱਚੇ ਨੂੰ ਅਸੀਂ ਫੜ ਕੇ ਤੁਰਨਾ ਸਿਖਾਤਾ ਤੇ ਬੱਚਾ ਤੁਹਾਡੇ ਕਹੇ 'ਚ ਆ ਗਿਆ, ਤਾਂ ਬੱਚੇ ਨੂੰ ਆਪਣੀ ਇੱਕ ਲਗਨ ਲੱਗ ਜਾਂਦੀ ਹੈ, ਫਿਰ ਉਹਨੂੰ ਹੈਬਿਟ ਪੈ ਜਾਂਦੀ ਹੈ, ਉਹਨੂੰ ਫਿਰ ਦੱਸਣ ਦੀ ਨੌਲੇਜ ਨਹੀਂ, ਜ਼ਰੂਰਤ ਨਹੀਂ ਪੈਂਦੀ ਵੀ ਤੂੰ ਕੀ ਪੜ੍ਹਨਾ, ਕਿ ਉਹ ਆਪਣਾ ਏਰੀਆ ਆਫ ਇੰਟਰਸਟ ਦੇਖੇਗਾ ਤੇ ਲਾਇਬ੍ਰੇਰੀ ਜਾ ਕੇ। ਲੇਕਿਨ ਕਲਾਸ ਤੋਂ ਲਾਇਬ੍ਰੇਰੀ ਤੱਕ ਪਹੁੰਚਾਉਣ ਦਾ ਕੰਮ, ਉਹ ਇਮੈਜੀਨੇਸ਼ਨ ਕ੍ਰੀਏਟ ਕਰਨੀ, ਇਹ ਟੀਚਰ ਦਾ ਬਹੁਤ ਵੱਡਾ ਰੋਲ ਹੁੰਦਾ ਇਹਦੇ ਵਿੱਚ। ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਮੋਬਾਈਲ ਫੋਨ ਨੇ ਜਾਂ ਸਾਡੀ ਜਿਹੜੀ ਡਿਜੀਟਲ ਟੈਕਨੋਲੋਜੀ ਆ, ਇਹਨੇ ਕਿਤੇ ਨਾ ਕਿਤੇ ਜਿਹੜੀ ਪੜ੍ਹਨ ਦੀ ਹੈਬਿਟ ਆ ਉਹਨੂੰ ਕਿਤੇ ਨਾ ਕਿਤੇ ਖੋਰਾ ਲਾਇਆ? ਦੇਖੋ, ਜੇ ਮੈਂ ਇੱਕ ਪ੍ਰੋਫੈਸ਼ਨਲ ਦੀ ਗੱਲ ਕਰਾਂ, ਬੀਇੰਗ ਏ ਟੀਚਰ, ਪ੍ਰੋਫੈਸਰ ਹਾਂ ਮੈਂ ਕਾਲਜ ਦੇ ਵਿੱਚ, ਤੁਸੀਂ ਪ੍ਰੋਫੈਸਰ ਹੋ, ਹੋਰ ਆਪਾਂ ਇੱਥੇ ਦੇਖਦੇ ਹਾਂ, ਤੁਸੀਂ ਵੱਡੇ ਇੰਸਟੀਚਿਊਟ ਦੇ ਡਾਕਟਰਸ ਨੂੰ ਦੇਖੋ ਤੇ ਵੱਡੀਆਂ ਕੰਪਨੀਆਂ ਦੇ ਮੈਨੇਜਰਸ ਨੂੰ ਦੇਖੋ, ਆਪਣੇ ਬੈਂਕ ਮੈਨੇਜਰ ਨੂੰ ਦੇਖੋ, ਤਾਂ ਮੈਂ ਉਲਟ ਕਹਿ ਰਿਹਾ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਕੰਪਿਊਟਰ ਨੂੰ, ਇੰਟਰਨੈਟ ਨੂੰ, ਮੋਬਾਈਲ ਨੂੰ ਯੂਜ਼ ਕਰ ਰਹੇ ਹਾਂ ਆਪਾਂ ਲੋਕ, ਅਸੀਂ ਹਮੇਸ਼ਾ ਆਪਣੇ ਆਪ ਨੂੰ ਇੱਕ ਸਟੈਪ ਫਾਰਵਰਡ ਦੁਨੀਆ ਦੇ ਬਰਾਬਰ ਉਦੋਂ ਹੀ ਦੇਖ ਸਕਦੇ ਹਾਂ ਜਦੋਂ ਮੈਂ ਆਪਣੇ ਮੋਬਾਈਲ ਦੀ ਜਾਂ ਇੰਟਰਨੈਟ ਦੀ ਜਾਂ ਕੰਪਿਊਟਰ ਦੀ ਠੀਕ ਯੂਜ਼ ਕਰ ਰਿਹਾ। ਜਿੱਥੇ ਤੱਕ ਬੱਚਿਆਂ ਦੀ ਹੈ, ਹੁਣ ਚੋਇਸ ਬੱਚਿਆਂ ਦੀ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਜਾਂ YouTube 'ਤੇ ਉਹ ਕੀ ਦੇਖਦੇ ਹੈ, ਕੀ ਸਰਚ ਕਰਦੇ ਹੈ, ਇਹ ਬਹੁਤ ਇੰਪੋਰਟੈਂਟ ਹੈ। ਇਹਦਾ ਮਤਲਬ ਫਿਰ ਪੇਰੈਂਟਸ ਦਾ, ਗੁਰੂ ਦਾ, ਟੀਚਰਸ ਦਾ ਰੋਲ ਬਣ ਜਾਂਦਾ ਕਿ ਅਸੀਂ ਬੱਚਿਆਂ ਨੂੰ ਮੋਬਾਈਲ ਦਾ ਠੀਕ ਯੂਜ਼ ਜੇ ਸਿਖਾ ਦਈਏ, ਤਾਂ ਤੁਸੀਂ ਆਪ ਹੀ ਦੱਸਿਆ ਕਿ ਹਜ਼ਾਰਾਂ ਲੱਖਾਂ ਕਿਤਾਬਾਂ ਰੋਜ਼ ਛਪ ਰਹੀਆਂ ਗੂਗਲ 'ਤੇ, ਰੋਜ਼ ਅਪਲੋਡ ਹੋ ਰਿਹਾ ਮਟੀਰੀਅਲ, ਸਰਚਿੰਗ ਜੋ ਮਰਜ਼ੀ ਤੁਸੀਂ ਸਰਚ ਕਰੋ ਅਵੇਲੇਬਲ ਹੈ। ਪਰ ਸਰਚ ਕਰਨਾ ਕੀ ਹੈ, ਇਹ ਲਗਨ ਸਾਨੂੰ ਸਕੂਲ ਤੋਂ ਹੀ ਬੱਚਿਆਂ ਨੂੰ ਲਗਾਉਣੀ ਪੈਣੀ। ਅਤੇ ਜਦੋਂ ਉਹ ਹਾਇਰ ਐਜੂਕੇਸ਼ਨ 'ਚ ਆਪਣੇ ਆਉਣ, ਤਾਂ ਜਿਸ ਤਰ੍ਹਾਂ ਇੱਕ ਡਾਕਟਰ ਹੈ, ਉਹਨੂੰ ਕਿਸੇ ਬਿਮਾਰੀ ਦਾ ਨਹੀਂ ਪਤਾ ਕਿਸ ਤਰ੍ਹਾਂ, ਉਹ ਈਜ਼ੀਲੀ ਗੂਗਲ ਕਰਦਾ ਅਤੇ ਉੱਥੇ ਜਾ ਕੇ ਸਰਚ ਕਰ ਲੈ। ਮੈਨੂੰ ਕੋਈ ਟੌਪਿਕ ਨਹੀਂ ਆਉਂਦਾ ਮੇਰੇ ਫੀਲਡ ਦਾ, ਮੰਨ ਲਓ ਪਿਛਲੇ ਦਿਨਾਂ 'ਚ ਹਿੰਦੁਸਤਾਨ ਦੀ ਸਰਕਾਰ ਦਾ ਬਜਟ ਆਇਆ, ਮੈਂ ਬਜਟ ਸਾਰਾ ਪੜ੍ਹਿਆ ਹੀ ਇੰਟਰਨੈਟ 'ਤੇ, ਤਾਂ ਇਹਦਾ ਮਤਲਬ ਬਹੁਤ ਸਾਰਥਕ ਯੂਜ਼ ਹੋ ਸਕਦਾ। ਬੱਚਿਆਂ ਨੂੰ ਇਹ ਸਮਝਾਉਣਾ ਪੈਣਾ ਕਿ ਕੀ ਉਹਦੇ ਲਈ ਚੰਗਾ ਹੈ, ਕਿਹੜੀ ਯੂਜ਼ਫੁਲ ਨੌਲੇਜ ਹੈ, ਕਿਹੜੀ ਯੂਜ਼ਲੈਸ ਨੌਲੇਜ ਹੈ ਅਤੇ ਕਿਹੜੀ ਹਾਰਮਫੁਲ ਨੌਲੇਜ ਹੈ। ਜਦੋਂ ਇਹ ਅਸੀਂ ਡਿਸਟਿੰਕਸ਼ਨ ਬੱਚਿਆਂ 'ਚ ਇੱਕ ਲਾਈਨ ਖਿੱਚਤੀ, ਕਿਸ ਤਰ੍ਹਾਂ ਉਹਨੂੰ ਫੜ ਕੇ ਅਸੀਂ ਯੂਜ਼ਲੈਸ ਨੌਲੇਜ ਤੋਂ ਇੱਕ ਇਨਫੋਰਮੇਟਿਵ ਦੁਨੀਆ ਦੇ ਵਿੱਚ ਲੈ ਜਾਈਏ, ਜਿੱਥੇ ਉਹ ਉਹਨੂੰ ਰੈਲਿਸ਼ ਕਰੇ, ਇੰਜੋਏ ਕਰੇ, ਚੈਰਿਸ਼ ਕਰੇ ਆਪਣੀ ਨੌਲੇਜ ਨੂੰ, ਅਤੇ ਇੱਕ ਉਹ ਆਪਣਾ ਪੁਆਇੰਟ ਆਫ ਵਿਊ ਆਪ ਕ੍ਰੀਏਟ ਕਰੇ, ਕੋਈ ਨਾ ਦੱਸੇ ਜੋ ਉਹਨੇ ਪੜ੍ਹਿਆ ਫੇਸਬੁੱਕ 'ਤੇ ਉਹ ਸੱਚ ਮੰਨ ਲਿਆ। ਇਹ ਤਾਂ ਬਹੁਤ ਗਲਤ ਹੋ ਗਿਆ। ਪਿਛਲੇ ਦਿਨਾਂ 'ਚ ਆਪਾਂ ਕਈ ਨਿਊਜ਼ ਇਸ ਤਰ੍ਹਾਂ ਦੀ ਜਿਵੇਂ ਕਿ ਬਹੁਤ ਜ਼ਿਆਦਾ ਫੇਕ ਮਟੀਰੀਅਲ ਅਸੀਂ ਫੇਸਬੁੱਕ 'ਤੇ ਪੜ੍ਹਦੇ ਅਤੇ ਸੱਚ ਮੰਨ ਲੈਂਦੇ। ਉਹ ਉੱਥੇ ਆ ਕੇ ਸਕਿੱਲਸ, ਕਿਸ ਤਰ੍ਹਾਂ ਇੰਟਰਨੈਟ ਨੂੰ, ਕੰਪਿਊਟਰ ਨੂੰ ਯੂਜ਼ ਕਰਨਾ ਤੁਸੀਂ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਲਈ, ਇਨਫੋਰਮੇਟਿਵ ਹੋਣ ਵਾਸਤੇ, ਨੌਲੇਜ ਜ਼ਿਆਦਾ ਲੈਣ ਵਾਸਤੇ, ਇੱਕ ਅੱਛਾ ਜੀਵਨ ਜੀਣ ਵਾਸਤੇ, ਤਾਂ ਉਹ ਬਹੁਤ ਜ਼ਰੂਰੀ ਹੈ ਕਿ ਕਲਾਸਰੂਮ ਟੀਚਿੰਗ ਦੇ ਵਿੱਚ ਇਹ, ਜਾਂ ਪੇਰੈਂਟਸ ਬੱਚਿਆਂ ਨੂੰ ਇਹ ਸਹੀ ਯੂਜ਼ ਦੱਸਣ। ਸਰ, ਮੇਰਾ ਆਖਰੀ ਸਵਾਲ ਕਿ ਆਪਾਂ ਆਪਣੇ ਕਾਲਜਾਂ ਅੰਦਰ, ਸਕੂਲਾਂ ਅੰਦਰ ਜਾਂ ਆਪਣੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਉਹਨਾਂ ਦੇ ਅੰਦਰ ਵਿਦਿਆਰਥੀਆਂ ਅੰਦਰ ਜਿਹੜੀ ਆ ਉਹ ਪੜ੍ਹਨ ਦੀ ਚੇਟਕ ਜਾਂ ਸਾਹਿਤ ਪੜ੍ਹਨ ਦੀ ਚੇਟਕ ਜਿਹੜੀ ਆ ਉਹ ਕਿਸ ਤਰ੍ਹਾਂ ਲਗਾ ਸਕਦੇ ਹਾਂ, ਕਿਸ ਤਰ੍ਹਾਂ ਇਨੀਸ਼ੀਏਟਿਵ ਜਿਹੜਾ ਲਿਆ ਜਾ ਸਕਦਾ? ਦੇਖੋ, ਅ ਟੀਚਰ ਹੈਜ਼ ਟੂ ਬੀ ਵੈਲ ਰੈਡ। ਪਹਿਲਾਂ ਟੀਚਰ ਨੂੰ ਆਪ ਬਹੁਤ ਪੜ੍ਹਨਾ ਪੈਣਾ, ਅਤੇ ਜਿਹੜੇ ਤਾਂ ਟੂ ਸਟਾਰਟ ਵਿਦ ਨਿਊ ਜਾਂ ਟੀਚਿੰਗ ਟੂ ਸਟਾਰਟ ਵਿਦ ਨਿਊ ਟੀਚਰਸ, ਤਾਂ ਸਾਨੂੰ ਵੀ ਇਨੀਸ਼ੀਅਲ ਈਅਰਸ ਦੇ ਵਿੱਚ ਆਪਣਾ ਸਬਜੈਕਟ ਬਹੁਤ ਅੱਛੇ ਤਰੀਕੇ ਨਾਲ ਪੜ੍ਹਨਾ ਪੈਂਦਾ, ਸੋ ਦੈਟ ਵੀ ਕੈਨ ਡਿਲੀਵਰ ਇਟ ਇਨ ਦਾ ਕਲਾਸ, ਤਾਂ ਜੋ ਬੱਚਿਆਂ ਨੂੰ ਲੱਗੇ ਮੇਰੇ ਟੀਚਰ ਨੂੰ ਕੁਛ ਆਉਂਦਾ। ਲੇਕਿਨ ਇਨੀਸ਼ੀਅਲ ਈਅਰਸ ਤੋਂ ਬਾਅਦ ਪਹਿਲਾਂ ਟੀਚਰ ਨੂੰ ਰੀਡਿੰਗ ਸਕਿੱਲਸ ਦੇ ਵਿੱਚ ਜਾਣਾ ਪੈਣਾ ਹੈ। ਉਹਦੇ ਹੱਥ ਦੇ ਵਿੱਚ 2-4 ਕਿਤਾਬਾਂ ਰੋਜ਼ ਬੱਚਾ ਦੇਖੇ ਵੀ ਇਹ ਮੇਰਾ ਟੀਚਰ ਪੜ੍ਹ ਰਿਹਾ, ਅਤੇ ਉਹ ਕਿਤਾਬਾਂ 'ਚੋਂ ਕਿਸ ਤਰ੍ਹਾਂ ਉਹ ਬੱਚਿਆਂ ਨੂੰ ਨੌਲੇਜ ਡਿਸਪਰਸ ਕਰਦਾ, ਕਿਸ ਤਰ੍ਹਾਂ ਉਹ ਐਗਜ਼ਾਮਪਲਸ ਦਿੰਦਾ ਵੀ ਕਿਹੜੀ ਕਿਤਾਬ ਚੰਗੀ ਹੈ, ਕਿਹੜੀ ਉਹਨਾਂ ਦੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਵਾਸਤੇ, ਨੌਲੇਜੇਬਲ ਬਣਨ ਵਾਸਤੇ, ਇੱਕ ਅੱਛਾ ਹਿਊਮਨ ਬੀਇੰਗ ਬਣਨ ਵਾਸਤੇ, ਇੱਕ ਅੱਛਾ ਪ੍ਰੋਫੈਸ਼ਨਲ ਬਣਨ ਵਾਸਤੇ ਕੰਮ ਆ ਸਕਦੀ ਹੈ। ਇਹ ਸਾਨੂੰ ਬੱਚਿਆਂ ਨੂੰ ਦੱਸਣਾ ਪੈਣਾ। ਇਹਦਾ ਮਤਲਬ ਇਹ ਟੀਚਰ ਹੈਜ਼ ਟੂ ਬੀ ਵੈਲ ਰੈਡ। ਸਿਰਫ ਆਪਣਾ ਸਬਜੈਕਟ ਹੀ ਨਹੀਂ, ਜੇ ਮੈਂ ਕੋਈ ਸਬਜੈਕਟ ਪੜ੍ਹਾ ਰਿਹਾ ਤਾਂ ਮੈਂ ਉਹ ਬੱਚਿਆਂ ਨੂੰ ਪੜ੍ਹਾਇਆ, ਤਾਂ ਇਹਦਾ ਮਤਲਬ ਮੈਂ ਉਹਦੀ ਇੱਕ ਤਰ੍ਹਾਂ ਅੱਧੀ ਕੁ ਪਰਸਨੈਲਿਟੀ ਨੂੰ ਡਿਵੈਲਪ ਕਰ ਰਿਹਾ ਅਤੇ ਉਹਨੂੰ ਦੁਨੀਆ ਬਾਰੇ ਕੁਝ ਦੱਸ ਹੀ ਨਹੀਂ ਰਿਹਾ। ਅਤੇ ਦ ਰੋਲ ਆਫ ਐਵਰੀ ਟੀਚਰ ਇਹ ਨਹੀਂ ਕਿ ਮੈਂ ਆਪਣੀ ਕਲਾਸ 'ਚ ਦੱਸਤਾ ਅਤੇ ਕਿਸੇ ਹੋਰ ਨੇ ਮਿਸ ਕਰਤਾ। ਜੇ ਇੱਕ ਸਟੂਡੈਂਟ ਰੋਜ਼ 5 ਟੀਚਰਸ ਨੂੰ ਮਿਲਦਾ ਹੈ, ਤਾਂ ਉਹ ਟੀਚਰ ਕੁਛ ਨਾ ਕੁਛ ਇਸ ਤਰ੍ਹਾਂ ਕਿਤਾਬ ਤੋਂ ਇਲਾਵਾ ਦੱਸੇ ਕਿ ਬੱਚਾ ਇਮੈਜਨਰੀ ਦੁਨੀਆ 'ਚ ਪਹੁੰਚ ਵੀ, ਇਸ ਤਰ੍ਹਾਂ ਵੀ ਦੁਨੀਆ 'ਚ ਹੋ ਰਿਹਾ। ਆਪਾਂ ਡਿਸਕਵਰੀ ਚੈਨਲ ਦੇਖਦੇ ਹਾਂ ਜਾਂ ਕੋਈ ਅੱਛਾ YouTube ਦਾ ਚੈਨਲ ਦੇਖਦੇ ਹਾਂ, ਜਿੱਥੇ ਅਸੀਂ ਇੰਨੀ ਦੁਨੀਆ ਬਾਰੇ ਨੌਲੇਜ ਲੈ ਰਹੇ ਹਾਂ, ਜਾਂ ਅੱਛੀਆਂ ਬੁੱਕਸ ਪੜ੍ਹ ਰਹੇ ਹਾਂ, ਰੀਡਿੰਗ ਸਕਿੱਲਸ ਜਿਨ੍ਹਾਂ ਦੇ ਡਿਵੈਲਪ ਹੋ ਗਏ ਪੜ੍ਹ ਰਹੇ ਹੋ, ਆਪਣੇ ਬੱਚਿਆਂ ਨੂੰ ਦੱਸਣ।
ਔਰ ਇਹ ਵੀ ਮੈਂ ਸ਼ਾਇਦ ਇੱਕ ਐਡ ਕਰੂੰਗਾ ਕਿ ਜਦੋਂ ਇੱਕ ਬੱਚਾ ਜਾਂ ਕੋਈ ਹਿਊਮਨ ਬੀਇੰਗ ਮਤਲਬ ਕੋਈ ਮਨੁੱਖ ਆਪਣੀ ਯਾਤਰਾ ਸ਼ੁਰੂ ਕਰਦਾ ਪੜ੍ਹਾਈ ਦੀ ਕਹਿ ਲਓ ਜਾਂ ਪੜ੍ਹਨ ਦੀ ਯਾਤਰਾ ਸ਼ੁਰੂ ਕਰਦਾ, ਕੁਛ ਦਿਨ ਉਹਨੂੰ ਸ਼ਾਇਦ ਇਹ ਪਤਾ ਹੀ ਨਹੀਂ ਹੁੰਦਾ ਮੈਂ ਪੜ੍ਹਨਾ ਕੀ ਹੈ। ਇਹਦਾ ਮਤਲਬ ਇੱਕ ਉਹਨੂੰ ਰੋਲ ਮਾਡਲ ਚਾਹੀਦਾ ਹੈ ਜਿਹਦੇ ਤੋਂ ਕੋਈ ਕਿਤਾਬ ਅੱਛੀ ਫੜੇ। ਫਿਰ ਏਰੀਆ ਆਫ ਇੰਟਰਸਟ ਕਲੀਅਰ ਹੋਣਾ ਚਾਹੀਦਾ ਬੱਚੇ ਨੂੰ। ਏਰੀਆ ਆਫ ਇੰਟਰਸਟ ਕਿਸੇ ਦਾ ਪੋਲੀਟੀਕਲ ਹੈ, ਕਿਸੇ ਦਾ ਰਿਲੀਜੀਅਸ ਹੈ, ਕੋਈ ਐਥੀਕਲ ਪੜ੍ਹਨਾ ਚਾਹੁੰਦਾ, ਕੋਈ ਹਿਊਮਨ ਰਿਸੋਰਸਿਸ 'ਤੇ ਪੜ੍ਹਨਾ ਚਾਹੁੰਦਾ, ਕੋਈ ਦੁਨੀਆ ਬਾਰੇ ਪੜ੍ਹਨਾ ਚਾਹੁੰਦਾ, ਕੋਈ ਸਾਇੰਸ ਬਾਰੇ ਪੜ੍ਹਨਾ ਚਾਹੁੰਦਾ, ਕੋਈ ਕਿਸੇ ਪਰਟੀਕੂਲਰ ਹਿਸਟਰੀ ਕੋਈ ਨੌਲੇਜ ਲੈਣਾ ਚਾਹੁੰਦਾ। ਸੋ ਬੱਚਿਆਂ ਨੂੰ ਹਰੇਕ ਕਲਾਸ ਦੇ ਵਿੱਚ ਟੀਚਰ ਨੂੰ ਮੈਨੂੰ ਚਾਹੀਦਾ ਕਿ ਉਹਨੂੰ ਇੱਕ 15-20 ਕਿਤਾਬਾਂ ਦੀ ਲਿਸਟ ਦੇਣੀ ਚਾਹੀਦੀ ਹੈ, ਕਿਉਂਕਿ ਕਈ ਕਿਤਾਬਾਂ ਬਹੁਤ ਸਿੰਪਲ ਭਾਸ਼ਾ 'ਚ ਲਿਖੀ ਨੇ ਲੇਕਿਨ ਕਈ ਬੜੀਆਂ ਡੀਪ ਲਿਖੀਆਂ ਜਾਂਦੀਆਂ। ਜੇ ਅਸੀਂ ਬੱਚੇ ਨੂੰ ਪਹਿਲਾਂ ਹੀ ਸੋ ਕਾਲਡ ਕਿਤਾਬ ਕੋਈ ਔਖੀ ਨਹੀਂ ਹੁੰਦੀ ਪਰ ਜਿਹੜੀ ਮੇਰੇ ਜ਼ਿਹਨ 'ਚ ਉਤਰ ਹੀ ਨਹੀਂ ਸਕਦੀ ਮੇਰੀ ਮੱਤ 'ਚ, ਮੈਂ ਉਹ ਕਿਤਾਬ ਦੱਸਦੀ ਤਾਂ ਬੱਚਾ ਆਪ ਇੱਕ ਖੂਹ 'ਚ ਗਿਰਨ ਵਾਲਾ ਹੋ ਗਿਆ। ਜਿੱਥੇ ਉਹਨੇ ਨੌਲੇਜ ਲੈਣੀ ਸੀ ਉਹ ਡੁੱਬੀ ਰਿਹਾ ਵੀ ਹੈ ਕੀ। ਲੇਕਿਨ ਜੇ ਮੈਂ ਉਹਨੂੰ ਉਹਦੇ ਲੈਵਲ 'ਤੇ ਆ ਕੇ ਕਹਾਂ ਕਿ ਆਹ ਕਿਤਾਬ ਬੜੀ ਸਿੰਪਲ ਵਰਡ 'ਚ ਲਿਖੀ ਹੈ ਤਾਂ ਮੈਂ ਕੁਛ ਕਿਤਾਬਾਂ ਆਪਣੇ ਤੁਹਾਡੇ ਸਰੋਤਿਆਂ ਨਾਲ ਵੀ ਸ਼ੇਅਰ ਕਰਨਾ ਚਾਹੂੰਗਾ। ਇੱਕ ਮਾਲਾ ਮਣਕੇ ਕਿਤਾਬ ਹੈ, ਸਰਦਾਰ ਨਰਿੰਦਰ ਸਿੰਘ ਕਪੂਰ ਪੰਜਾਬੀ ਯੂਨੀਵਰਸਿਟੀ ਤੋਂ ਆਈ ਥਿੰਕ ਉਹ ਜੋਬ ਕਰਦੇ ਆ, ਰਿਟਾਇਰ ਹੋ ਗਏ। ਅਤੇ ਇਸ ਤਰ੍ਹਾਂ ਹੀ ਜੇ ਥੋੜ੍ਹਾ ਜਿਹਾ ਹੋਰ ਹਾਇਰ ਲੈਵਲ ਦੇਖਣਾ ਤਾਂ ਸ਼ੇਖ ਸਾਦੀ ਦੀ ਇੱਕ ਕਿਤਾਬ ਹੈ ਗੁਲਿਸਤਾਨ ਬੋਸਤਾਨ। ਕਿਤਾਬਾਂ ਦੋ ਨੇ ਪਰ ਹੁਣ ਇਕੱਠੀ ਬਾਈਂਡਿੰਗ ਆ ਗਈ। ਅਤੇ ਇਸ ਤਰ੍ਹਾਂ ਹੀ ਖਲੀਲ ਜਿਬਰਾਲ ਬਹੁਤ ਅੱਛੇ ਰਾਈਟਰ ਹੈ। ਇਸੇ ਤਰ੍ਹਾਂ ਹੀ ਮੌਲਾਨਾ ਰੂਮੀ, ਓਸ਼ੋ, ਸੰਤ ਸਿੰਘ ਮਸਕੀਨ ਦੀ ਹੁਣ ਟੈਕਸਟ ਜਿਹੜੀਆਂ ਉਹਨਾਂ ਨੇ ਲੈਕਚਰਸ ਦਿੱਤੇ ਆ, ਸਰਮਨਸ ਦਿੱਤੇ ਆ, ਉਹਨਾਂ ਦੀਆਂ ਕਿਤਾਬਾਂ ਦੀ ਛਪ ਗਈ। ਔਰ ਇਹ ਕੋਈ ਬਹੁਤੀਆਂ ਮਹਿੰਗੀਆਂ ਕਿਤਾਬਾਂ ਨਹੀਂ ਹੁੰਦੀਆਂ, ਕਈ ਵਾਰ ਸਟੂਡੈਂਟ ਏਜ ਦੇ ਵਿੱਚ ਈਜ਼ੀਲੀ ਸਮਝ ਆਉਣ ਵਾਲੀਆਂ ਕਿਤਾਬਾਂ, ਕਿਉਂਕਿ ਆਈ ਥਿੰਕ ਕਾਲਜ ਗੋਇਰ ਹੈ ਜਿਹੜਾ ਉਹ ਬਹੁਤ ਸਿਆਣਾ ਹੋ ਚੁੱਕਾ ਹੁਣ, ਉਹਨੂੰ ਲੈਂਗੁਏਜ ਦੀ ਇੰਨੀ ਕੋਈ ਜੇ ਪਰੇਸ਼ਾਨੀ ਆਉਂਦੀ ਹੈ ਉਹ ਆਪਣੇ ਗਾਈਡ ਤੋਂ ਆਪਣੇ ਟੀਚਰ ਤੋਂ ਇਹ ਪਤਾ ਕਰ ਸਕਦਾ ਹੈ। ਐਸੇ ਤਰ੍ਹਾਂ ਯੂ ਕੈਨ ਵਿਨ ਇੱਕ ਕਿਤਾਬ ਹੈ ਸ਼ਿਵ ਖਹਿੜਾ ਦੀ, ਅਤੇ ਇੱਕ ਕਿਤਾਬ ਹੈ ਮੈਂ ਉਹਦੇ ਰਾਈਟਰ ਦਾ ਨਾਂ ਤਾਂ ਭੁੱਲ ਗਿਆ, ਦ ਮੈਜਿਕ ਆਫ ਥਿੰਕਿੰਗ ਬਿਗ। ਇਹ ਕਿਤਾਬ ਲੇਟੈਸਟ ਆਈ ਹੈ, ਦ ਐਟੋਮਿਕ ਹੈਬਿਟਸ। ਮੈਂ ਤਕਰੀਬਨ ਉਹ ਕਿਤਾਬਾਂ ਦੇ ਨਾਮ ਦੱਸ ਰਿਹਾ ਤੁਹਾਨੂੰ ਜਿਹੜੀਆਂ ਵਰਡ ਦੀਆਂ ਕਈ ਲੈਂਗੁਏਜਿਸ ਵਿੱਚ ਛਪ ਚੁੱਕੀਆਂ ਅਤੇ ਔਰ ਇਹ ਵਰਡ ਦੀਆਂ ਬੈਸਟ ਸੈਲਰ ਵੀ ਬਣ ਚੁੱਕੀਆਂ। ਜਿਹੜੀਆਂ ਕਿਤਾਬਾਂ ਤੁਹਾਡੀ ਪਰਸਨੈਲਿਟੀ ਨੂੰ ਇੱਕ ਸਟੈਪ ਫਾਰਵਰਡ ਲੈ ਕੇ ਜਾਣ, ਤੁਹਾਡਾ ਮਾਨਸਿਕ ਪੱਧਰ ਕਿਤੇ ਅੱਗੇ ਚਲਾ ਜਾਵੇ। ਆਮ ਤੌਰ 'ਤੇ ਜਿਹੜਾ ਸਾਡਾ ਜੀਵਨ ਦਾ ਜਿਹੜੀ ਜਾਂਚ ਹੈ ਨਾ ਉਹ ਕਿਉਂ ਅਸੀਂ ਭੁੱਲਦੇ ਜਾ ਰਹੇ, ਕਿਉਂਕਿ ਅਸੀਂ ਛੋਟੀਆਂ ਗੱਲਾਂ 'ਚ ਫਸ ਗਏ। ਲੋਕਾਂ ਨੂੰ ਡਿਸਕਸ ਕਰੀ ਜਾਣਾ, ਘਟਨਾਵਾਂ ਹੋ ਰਹੀਆਂ ਉਹਨਾਂ ਨੂੰ ਡਿਸਕਸ ਕਰੀ ਜਾਣਾ, ਉਹਨਾਂ 'ਚ ਕਈ ਵਾਰ ਸਾਡੀ ਪਰਸਨੈਲਿਟੀ ਅੱਗੇ ਜਾਣ ਦੀ ਬਜਾਏ ਇੱਕ ਸਟੈਪ ਪਿੱਛੇ ਆ ਜਾਂਦੀ ਹੈ। ਤਾਂ ਮੈਂ ਆਮ ਤੌਰ 'ਤੇ ਇਹ ਗੱਲ ਕਹਿੰਦਾ ਹੁੰਦਾ ਕਿ ਛੋਟੀਆਂ ਚੀਜ਼ਾਂ 'ਚ ਫਸਣ ਨਾਲ ਸਾਡੀ ਜੀਵਨ ਦੇ ਵੱਡੇ ਮਿਸ਼ਨ ਫੇਲ ਹੋ ਜਾਂਦੇ। ਅਤੇ ਇਹ ਉਹ ਕਿਤਾਬਾਂ ਜਿਹੜੀਆਂ ਤੁਹਾਨੂੰ ਤੁਹਾਡੇ ਜੀਵਨ ਦੇ ਮਿਸ਼ਨ ਨਾਲ ਜੋੜਦੀਆਂ, ਕਿਉਂਕਿ ਮਿਸ਼ਨ ਦੋ ਤਰ੍ਹਾਂ ਦਾ ਹੁੰਦਾ। ਇੱਕ ਮਿਸ਼ਨ ਜਿਹੜਾ ਸਾਨੂੰ ਅਸੀਂ ਕਲਾਸਰੂਮ ਟੀਚਿੰਗ ਦੱਸਦੇ ਹਾਂ ਕਿ ਤੁਸੀਂ ਪੜ੍ਹਨਾ ਹੈ ਅਤੇ ਪੜ੍ਹ ਕੇ ਇੱਕ ਸਮਾਜ ਦੇ ਵਿੱਚ ਇੱਕ ਚੰਗੀ ਪ੍ਰੋਫੈਸ਼ਨਲ ਰੋਜ਼ੀ ਰੋਟੀ ਕਮਾਉਣ ਦੇ ਕਾਬਲ ਹੋ ਜਾਂਦਾ। ਲੇਕਿਨ ਦੂਸਰਾ ਜਿਹੜਾ ਬਹੁਤ ਇੰਪੋਰਟੈਂਟ ਮਿਸ਼ਨ ਹੈ, ਇਹ ਟੀਚਰ ਵੀ ਉਦੋਂ ਹੀ ਦੱਸ ਸਕਦੇ ਆ ਜਦੋਂ ਉਹਨਾਂ ਨੂੰ ਪਤਾ ਹੋਏਗਾ। ਇਹ ਰੀਡਿੰਗ ਸਕਿੱਲਸ ਤੋਂ ਹੀ ਪਤਾ ਲੱਗਦਾ। ਦੂਸਰਾ ਮਿਸ਼ਨ ਹੈ ਤੁਹਾਡੀ ਜੀਵਨ ਦਾ ਕੀ ਮਨੋਰਥ ਹੈ। ਇਫ ਆਈ ਐਮ ਬੀਨ ਡਰੋਪਡ ਔਨ ਦਿਸ ਅਰਥ, ਮੈਨੂੰ ਪਰਮਾਤਮਾ ਨੇ ਜੀਵਨ ਦਿੱਤਾ ਤਾਂ ਉਹਦਾ ਪਰਪਜ਼ ਕੀ ਹੈ, ਮਤਲਬ ਪਰਪਜ਼ ਆਫ ਲਾਈਫ। ਇੱਕ ਆਰਟ ਆਫ ਲਿਵਿੰਗ ਹੈ, ਇੱਕ ਪਰਪਜ਼ ਆਫ ਲਾਈਫ ਹੈ। ਤੁਸੀਂ ਦੇਖੋ ਕਿ ਸਮਾਜ ਦੇ ਵਿੱਚ ਲਗਾਤਾਰ ਜਿਹੜੀ ਗਿਰਾਵਟ ਆ ਰਹੀ ਹੈ, ਡਿਪਰੈਸ਼ਨ, ਸਟ੍ਰੈਸ, ਨੰਬਰ ਆਫ ਸੁਸਾਈਡਸ ਵੱਧ ਰਹੇ, ਈਵਨ ਯੂਥ 'ਚ ਵੀ ਵੱਧ ਰਹੀ। ਔਰ ਮੈਂ ਇਸ ਤਰ੍ਹਾਂ ਦੇ ਵੀ ਲੋਕ ਦੇਖੇ ਜਿਹੜੇ ਬੜੇ ਸੈਲਫ ਫੁਲਫਿਲਡ ਹੈ, ਮਤਲਬ ਮਟੀਰੀਅਲ ਪੁਆਇੰਟ ਆਫ ਵਿਊ ਨਾਲ, ਇਨਕਮ ਦੇ ਪੁਆਇੰਟ ਆਫ ਵਿਊ ਨਾਲ। ਸਮਾਜ ਦੇ ਵਿੱਚ ਉਹਨਾਂ ਦਾ ਨਾਂ ਹੈ, ਅਖਬਾਰਾਂ 'ਚ ਪੜ੍ਹੀਦਾ ਕਿ ਫੈਮਿਲੀ ਨੂੰ ਸ਼ੂਟ ਕਰਤਾ ਜਾਂ ਸੁਸਾਈਡ ਕਰ ਲਈ, ਇਕੱਠਿਆਂ ਨੇ ਅਟੈਂਪਟ ਕਰ ਲਈ। ਇਹਦਾ ਮਤਲਬ ਜੀਵਨ ਜਾਂਚ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਗੜਬੜ ਸੀ। ਤਾਂ ਇੱਕ ਰੀਅਲ ਦੁਨੀਆ ਦੀ ਬਜਾਏ ਰੀਲ ਦੀ ਦੁਨੀਆ 'ਚ ਹੀ ਜੀ ਗਏ। ਅਤੇ ਜਿਹੜੀ ਈ ਦਾ ਫਰਕ ਹੈ REAL ਅਤੇ REEL, ਇਹਦਾ ਜਿਹੜੀ ਡਿਫਰੈਂਸੀਏਸ਼ਨ ਹੈ ਉਹ ਚੰਗੇ ਬੰਦਿਆਂ ਦੀ, ਚੰਗੇ ਮਨੁੱਖਾਂ ਦੀ ਸੰਗਤ ਨਾਲ ਜਾਂ ਚੰਗੀਆਂ ਕਿਤਾਬਾਂ ਦੀ ਪੜ੍ਹਨ ਤੋਂ ਹੀ ਪਤਾ ਲੱਗਦਾ। ਕਿਉਂਕਿ ਜਦੋਂ ਤੁਸੀਂ ਪੜ੍ਹਦੇ ਹੋ ਤੁਸੀਂ ਦੂਸਰੇ ਦੇ ਜੀਵਨ ਦੀ ਐਕਸਪਰਟਾਈਜ਼, ਜੋ ਉਹਦਾ ਓਪੀਨੀਅਨ ਸੀ ਜੀਵਨ ਪ੍ਰਤੀ ਉਹ ਹੈ। ਅਤੇ ਜੇ ਇਸ ਤਰ੍ਹਾਂ ਮੈਨੂੰ ਮੇਰਾ ਗਾਈਡ ਮਿਲ ਜਾਵੇ ਜਿਹੜਾ ਮੈਂ ਜਿਹਨੂੰ ਪੜ੍ਹਾਂ, ਅਤੇ ਉਹੀ ਕਈ ਵਾਰ ਇਸ ਤਰ੍ਹਾਂ ਦੀਆਂ ਬੁੱਕਸ ਮਿਲਦੀਆਂ, ਮੇਰੇ ਮਨ 'ਚ ਕੁਝ ਸਵਾਲ ਹੁੰਦੇ ਆ, ਉਹ ਸਵਾਲ ਤੁਹਾਨੂੰ ਜਵਾਬ ਬਣ ਕੇ ਕਿਸੇ ਕਿਤਾਬ 'ਚ ਮਿਲ ਜਾਂਦੇ ਆ ਅਤੇ ਤੁਹਾਡਾ ਦਿਮਾਗ ਰੋਸ਼ਨ ਆ ਜਾਂਦਾ। ਅਤੇ ਅਸੀਂ ਇਹਨੂੰ ਗੁਰਬਾਣੀ ਜਦੋਂ ਪੜ੍ਹਦੇ ਹਾਂ ਤਾਂ ਪਹਿਲੀ ਅਗਿਆਨਤਾ ਤੋਂ ਅਸੀਂ ਜਦੋਂ ਗਿਆਨ ਦੀ ਅਵਸਥਾ 'ਚ ਜਾਂਦੇ ਹਾਂ ਤਾਂ ਗਿਆਨ ਦਾ ਜਿਹੜਾ ਇਹਨੂੰ ਇੰਜੋਏ ਕਰਨਾ ਹੈ ਉਹ ਇੰਟਰਨਲ ਐਨਲਾਈਟਨਮੈਂਟ ਹੈ, ਅੰਦਰ ਤੁਹਾਡਾ ਜਾਗਰੂਕ ਹੋ ਜਾਂਦਾ। ਕਲੀਅਰ ਕਿਹਾ ਜਾਂਦਾ ਕਿ ਜੇ 100 ਚੰਦਾ ਉਗਵੈ ਸੂਰਜ ਚੜ੍ਹੇ 1000, ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹਦਾ ਮਤਲਬ ਜਿਹੜਾ ਅੰਧਾਰ ਹੈ, ਅੰਧੇਰਾ ਹੈ, ਭਟਕਣਾ ਹੈ, ਭਰਮ ਹੈ, ਉਹ ਮਨ ਦੀ ਜਾਂ ਦਿਮਾਗ ਦੀ ਹੈ।
ਲੇਕਿਨ ਜਦੋਂ ਮੈਂ ਕੋਈ ਅੱਛਾ ਟੈਕਸਟ ਪੜ੍ਹਿਆ ਉਹਦੇ 'ਚੋਂ ਮੇਰੇ ਦਿਮਾਗ ਦੀ ਜਿਹੜਾ ਰੌਸ਼ਨ ਆ ਜਾਂਦਾ ਹੈ ਅੰਦਰੋਂ, ਕਿਉਂਕਿ ਮੈਨੂੰ ਕੋਈ ਨਾ ਕੋਈ ਮੱਤ ਵਿੱਚ ਪ੍ਰਮਾਤਮਾ ਰਤਨ ਉਸ ਕਿਤਾਬ ਦੇ ਰੂਪ 'ਚ ਕੋਈ ਕਿਤਾਬ 'ਚ ਗੱਲ ਹੀ ਲਿਖੀ ਮਿਲ ਗਈ ਮੈਨੂੰ, ਜਿਹਨੇ ਮੇਰੀ ਬਹੁਤ ਵੱਡਾ ਸਟ੍ਰੈਸ ਜਾਂ ਪ੍ਰੈਸ਼ਰ ਮੇਰਾ ਦੂਰ ਕਰਤਾ। ਇਹਦਾ ਮਤਲਬ ਅਵੇਲੇਬਲ ਹੈ ਰਤਨ, ਪਰ ਮੈਨੂੰ ਕੋਈ ਫੜ ਕੇ ਬਾਂਹ ਉੱਥੇ ਤੱਕ ਲੈ ਕੇ ਜਾਵੇ ਵੀ ਤੂੰ ਆਹ ਸ਼ੁਰੂ ਕਰ। ਅਤੇ ਉਹਦੇ 'ਚ ਰੋਲ ਚੰਗੇ ਰੀਡਰਸ ਹੈ ਜਿਹੜੇ ਪਹਿਲਾਂ ਹੀ ਬਹੁਤ ਕੁਝ ਪੜ੍ਹ ਰਹੇ, ਉਹ ਆਪਣੇ ਉਹ ਕਿਤਾਬਾਂ ਨੂੰ ਦੱਸਦੇ ਆ ਟੀਚਰਸ। ਜਿਸ ਤਰ੍ਹਾਂ ਮੈਂ ਤੁਹਾਨੂੰ ਕੁਝ ਕਿਤਾਬਾਂ ਦੱਸਦੀ, ਉਹ ਦੱਸਦੇ ਆ ਕਿ ਬੱਚਿਓ ਆਹ ਪੜ੍ਹੋ, ਜਾਂ ਆਪਣੇ ਹਮ ਜ਼ਰੂਰੀ ਨਹੀਂ ਔਰ ਇਹ ਨਹੀਂ ਵੀ ਸਟੂਡੈਂਟਸ ਨਹੀਂ ਪੜ੍ਹਨੀ ਹੈ। ਬਹੁਤ ਅਸੀਂ ਜਿਹੜੇ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਬੜੇ ਵੱਡੇ ਲੈਵਲ 'ਤੇ ਲੋਕ ਪਹੁੰਚ ਗਏ, ਉਹਨਾਂ 'ਚੋਂ ਰੀਡਿੰਗ ਸਕਿੱਲਸ ਦੇ ਦੂਰ ਹੋਣ ਨਾਲ ਉਹ ਆਪਣੇ ਆਪ ਆਪਣੀ ਲਾਈਫ ਨੂੰ ਇੰਜੋਏ ਨਹੀਂ ਕਰ ਪਾ ਰਹੇ। ਉਹ ਜਦੋਂ ਦੂਸਰੇ ਦਾ ਐਕਸਪੀਰੀਅੰਸ ਪੜ੍ਹਦੇ ਆ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਇਸ ਪੱਧਰ 'ਤੇ ਜੀਵਨ ਨੂੰ ਇਸ ਤਰ੍ਹਾਂ ਵੀ ਜੀਆ ਜਾ ਸਕਦਾ। ਸੋ ਐਨਲਾਈਟਨਮੈਂਟ ਤੋਂ ਬਾਅਦ ਸਦਾ ਵਿਕਾਸ ਤੁਹਾਡਾ ਅੰਦਰ ਦਾ ਖਿੜਿਆ ਰਹਿੰਦਾ। ਉਹ ਇੱਕ ਕਿਤਾਬਾਂ ਦੀ ਜਰਨੀ ਹੈ ਕਿ ਕਿਸ ਤਰ੍ਹਾਂ ਮੇਰੀ ਇਨਫੋਰਮੇਸ਼ਨ ਮੇਰੀ ਨੌਲੇਜ ਬਣਦੀ ਹੈ ਅਤੇ ਨੌਲੇਜ ਤੋਂ ਮੇਰੀ ਇੱਕ ਕਰੈਕਟਰ ਦੀ ਸਿਰਜਣਾ ਹੁੰਦੀ ਹੈ। ਇਹ ਕਿਤਾਬਾਂ ਦਾ ਇਸ ਤਰ੍ਹਾਂ ਬਹੁਤ ਵੱਡਾ ਰੋਲ ਬਣ ਜਾਂਦਾ। ਸਰ, ਤੁਸੀਂ ਇੰਨੀ ਅਣਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਸਾਨੂੰ ਰੈਕਮੈਂਡ ਕੀਤੇ ਚੰਗੇ ਜਿਹੜੇ ਲੇਖਕ ਨੇ, ਉਹਨਾਂ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਅਤੇ ਥੈਂਕ ਯੂ ਵੈਰੀ ਮਚ। ਇਸ ਗੱਲਬਾਤ ਦਾ ਸਿੱਟਾ ਇਹੀ ਨਿਕਲਦਾ ਹੈ ਕਿ ਅਗਰ ਆਪਣੀ ਸ਼ਖਸੀਅਤ ਨੂੰ ਆਪਾਂ ਨਿਖਾਰਨਾ ਹੈ, ਆਪਣੀ ਜ਼ਿੰਦਗੀ ਦੀ ਡੂੰਘਾਈ ਦੇ ਵਿੱਚ ਜਿਹੜਾ ਜਾਣਾ ਹੈ, ਸਾਨੂੰ ਪੜ੍ਹਨਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਰ ਆਪਾਂ ਦੁਨੀਆ ਦੀਆਂ, ਜਿਵੇਂ ਸਰ ਨੇ ਵੀ ਕਿੰਨੀਆਂ ਸਾਰੀਆਂ ਸ਼ਖਸੀਅਤਾਂ ਦਾ ਨਾਮ ਲਿਆ, ਹੋਰ ਵੀ ਸ਼ਖਸੀਅਤਾਂ ਦਾ ਜਿਨ੍ਹਾਂ ਨੂੰ ਆਪਾਂ ਆਈਡੀਅਲ ਮੰਨਦੇ ਹਾਂ, ਅਤੇ ਉਹਨਾਂ ਦੀ ਜ਼ਿੰਦਗੀ ਵਿੱਚ ਸਾਨੂੰ ਇੱਕ ਚੀਜ਼ ਕਾਮਨ ਮਿਲੇਗੀ ਕਿ ਉਹ ਬਹੁਤ ਜ਼ਿਆਦਾ ਪੜ੍ਹਦੇ ਸੀ। ਭਗਤ ਸਿੰਘ ਦੀ ਗੱਲ ਕਰੀਏ, ਕਰੀਬ 800 ਦੇ ਕਰੀਬ ਉਹਨਾਂ ਨੇ ਕਿਤਾਬਾਂ ਪੜ੍ਹੀਆਂ। ਮਾਰਸ਼ਲ ਆਰਟ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਬਰੂਸ ਲੀ, ਉਹਦੇ ਮਸ਼ਹੂਰ ਨੇ ਕਿ ਉਹ ਸਿਰਫ ਫਿਜ਼ੀਕਲ ਐਕਟੀਵਿਟੀਜ਼ ਕਰਦੇ ਸੀ, ਪਰ ਜੇ ਉਹਨਾਂ ਦੀ ਲਾਇਬ੍ਰੇਰੀ ਦੀ ਗੱਲ ਕਰੀਏ 25,000 ਤੋਂ ਵੱਧ ਕਿਤਾਬਾਂ ਦਾ ਜਿਹੜਾ ਉਹਨਾਂ ਨੇ ਅਧਿਐਨ ਕੀਤਾ ਹੈ, ਅਤੇ 32 ਸਾਲ ਦੀ ਉਮਰ ਤੱਕ ਉਹਨਾਂ ਨੇ ਇੰਨੀਆਂ ਕਿਤਾਬਾਂ ਪੜ੍ਹੀਆਂ। ਹੋਰ ਜਿੰਨੇ ਵੀ ਕਿਤਾਬਾਂ ਜਾਂ ਰੀਡਿੰਗ ਇੱਕ ਇਹੋ ਜਿਹੀ ਹੈਬਿਟ ਆ ਜਿਹੜੀ ਜਾਨਵਰ ਤੋਂ ਇਨਸਾਨ ਬਣਾ ਦਿੰਦੀ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਮਾਲਕੋਮ ਐਕਸ, ਕਿ ਜਿਸ ਨੂੰ ਜੇਲ੍ਹ ਹੋਈ ਕਿਸੇ ਕ੍ਰਾਈਮ ਕਰਕੇ, ਉਹ ਜੇਲ੍ਹ ਗਿਆ, ਜੇਲ੍ਹ ਵਿੱਚ ਕਿਸੇ ਨੇ ਉਹਨੂੰ ਰੈਕਮੈਂਡ ਕੀਤਾ ਕਿ ਤੂੰ ਪੜ੍ਹਨਾ ਸ਼ੁਰੂ ਕਰ, ਕਿ ਤੂੰ ਇੱਕ ਬੌਧਿਕ ਬੰਦਾ ਆ, ਤੂੰ ਬੌਧਿਕ ਸਤਰ 'ਤੇ ਅਗਰ ਸੋਚਣਾ ਸ਼ੁਰੂ ਕਰਾਂਗਾ ਕਿ ਤੂੰ ਬਹੁਤ ਵੱਡਾ ਲੀਡਰ ਬਣ ਸਕਦਾ। ਉਹ 10 ਸਾਲ ਦੀ ਉਹਨੂੰ ਸਜ਼ਾ ਸੀ, 10 ਸਾਲ ਉਹਨੇ ਕਿਤਾਬਾਂ ਦਾ ਅਧਿਐਨ ਕੀਤਾ, ਕਿਤਾਬਾਂ ਪੜ੍ਹੀਆਂ। ਸ਼ੁਰੂਆਤ ਉਹਨੇ ਕੀਤੀ ਡਿਕਸ਼ਨਰੀ ਤੋਂ, ਕਿ ਮੈਂ ਆਪਣੇ ਸ਼ਬਦਾਂ ਦਾ ਅਧਿਐਨ ਕਰਾਂ ਕਿ ਇੱਕ ਅੱਖਰ ਜਿਹੜਾ ਉਹ ਮਿਲ ਕੇ ਕਿਵੇਂ ਇੱਕ ਮੀਨਿੰਗਫੁਲ ਜਿਹੜਾ ਐਡਾ ਮਹਾਨ ਜਿਹੜਾ ਸ਼ਬਦ ਕ੍ਰੀਏਟ ਕਰਦਾ, ਅਤੇ ਉਹ ਬੰਦਾ ਅਮਰੀਕਨ ਹਿਸਟਰੀ ਦੇ ਵਿੱਚ ਬਹੁਤ ਵੱਡਾ ਲੀਡਰ ਬਣਿਆ। ਕਹਿਣ ਦਾ ਭਾਵ ਇਹੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਆ ਰੀਡਿੰਗ ਦੀ ਜਿਹੜੀ ਹੈਬਿਟ ਆ ਉਹ ਡਿਵੈਲਪ ਕਰਨੀ ਚਾਹੀਦੀ ਆ। ਅਗਲੀ ਜੋ ਆਪਾਂ ਮੁਲਾਕਾਤ ਦੇ ਵਿੱਚ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਨਾਲ ਜੁੜਾਂਗੇ। ਤਦ ਤੱਕ ਲਈ ਧੰਨਵਾਦ।